ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪ ਦੇ ਪੋਡਕਾਸਟ ਜਿਸ ਦਾ ਨਾਮ ਹੈ ਦ ਬ੍ਰਾਈਟ ਸਾਈਡ ਆਫ ਬੁੱਕਸ ਦੇ ਵਿੱਚ, ਜਿਹਦੇ ਵਿੱਚ ਕਿ ਆਪਾਂ ਡਿਫਰੈਂਟ ਬੁੱਕਸ ਦੇ ਉੱਤੇ ਗੱਲ ਕਰਦੇ ਹਾਂ ਜੋ ਕਿ ਸਾਡੀ ਸੈਲਫ ਡਿਵੈਲਪਮੈਂਟ ਦੇ ਵਿੱਚ ਮਦਦ ਕਰ ਸਕਦੀਆਂ ਨੇ। ਅੱਜ ਜਿਹੜੀ ਬੁੱਕ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਐਟੋਮਿਕ ਹੈਬਿਟਸ। ਜਿਹੜੀ ਐਟੋਮਿਕ ਹੈਬਿਟਸ ਬੁੱਕ ਹੈਗੀ ਹੈ ਇਹਦੇ ਵਿੱਚ ਗੱਲ ਕੀਤੀ ਗਈ ਹੈ ਉਹ ਛੋਟੀਆਂ ਆਦਤਾਂ ਬਾਰੇ ਜਿਹਨੂੰ ਆਪਾਂ ਡੇਲੀ ਕਰਦੇ ਹਾਂ ਅਤੇ ਆਪਾਂ ਧਿਆਨ ਨਹੀਂ ਦਿੰਦੇ ਕਿ ਇਹ ਆਪਣੀ ਲਾਈਫ ਦੇ ਵਿੱਚ ਕਿਵੇਂ ਅਸਰ ਪਾ ਸਕਦੀਆਂ ਨੇ। ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਅਨਕਵਰ ਕਰਾਂਗੇ ਕਿ ਇਸ ਜਿਹੜੀਆਂ ਛੋਟੀਆਂ ਆਦਤਾਂ ਨੇ ਇਹਨਾਂ ਦੇ ਪਿੱਛੇ ਕਿਹੜੀ ਸਾਇੰਸ ਹੈ ਅਤੇ ਇਹ ਕਿਵੇਂ ਸਾਡੀ ਪਰਸਨਲ ਗਰੋਥ ਦੇ ਵਿੱਚ ਹੈਲਪ ਕਰ ਸਕਦੀਆਂ ਨੇ। ਜਿਹੜੀ ਇਹ ਬੁੱਕ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਪਹਿਲਾਂ ਜਿਹੜਾ ਰਾਈਟਰ ਹੈ ਉਹਨੇ ਆਪਦੀ ਨਿੱਜੀ ਜ਼ਿੰਦਗੀ ਬਾਰੇ ਕਈ ਗੱਲਾਂ ਦੱਸੀਆਂ ਨੇ ਕਿ ਕਿਵੇਂ ਜਦੋਂ ਉਹ ਛੋਟਾ ਸੀ ਅਤੇ ਇੱਕ ਵਾਰੀ ਉਹ ਪਲੇਗਰਾਊਂਡ ਦੇ ਵਿੱਚ ਖੇਲ ਰਹੇ ਸੀਗੇ ਅਤੇ ਕਿਵੇਂ ਉਹਦਾ ਇੱਕ ਐਕਸੀਡੈਂਟ ਹੋ ਗਿਆ ਅਤੇ ਐਕਸੀਡੈਂਟ ਤੋਂ ਬਾਅਦ ਉਹਨੂੰ ਕਾਫੀ ਸਰਜਰੀਜ਼ ਦੇ ਥਰੂ ਜਾਣਾ ਪਿਆ। ਕਿਵੇਂ ਉਹਦਾ ਕੌਨਫੀਡੈਂਸ ਲੂਜ਼ ਹੋ ਗਿਆ ਸੀ, ਬਟ ਕਿਵੇਂ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ ਆਦਤਾਂ ਚੇਂਜ ਕੀਤੀਆਂ ਜਾਂ ਛੋਟੀਆਂ ਆਦਤਾਂ ਲੈ ਕੇ ਆਇਆ ਅਤੇ ਕਿਵੇਂ ਉਹ ਐਕਸੀਡੈਂਟ ਤੋਂ ਬਾਅਦ ਵਾਲੇ ਜਿਹੜਾ ਦੌਰ ਸੀ ਉਹਦੇ 'ਚੋਂ ਬਾਹਰ ਆਇਆ ਅਤੇ ਉਹਨੇ ਆਪਦੇ ਆਪ ਨੂੰ ਗਰੋ ਕੀਤਾ। ਇਹਦੇ ਵਿੱਚ ਉਸਨੇ ਆਪਣੇ ਮਾਂ-ਪਿਓ ਦੇ ਬਾਰੇ ਵੀ ਦੱਸਿਆ ਹੈ ਕਿ ਉਹਦੇ ਐਕਸੀਡੈਂਟ ਤੋਂ ਬਾਅਦ ਉਹ ਕਿਹੜੇ ਸਮੇਂ ਦੇ ਵਿੱਚੋਂ ਲੰਘੇ, ਕਿਵੇਂ ਉਹਨਾਂ ਨੇ ਮਦਦ ਕੀਤੀ ਉਹਦੀ ਕਿ ਉਹ ਕੌਨਫੀਡੈਂਟ ਰਹੇ। ਸਭ ਕੁਝ ਉਸ ਬਾਰੇ ਉਸਨੇ ਬੁੱਕ ਦੀ ਸਟਾਰਟਿੰਗ ਦੇ ਵਿੱਚ ਗੱਲਾਂ ਕੀਤੀਆਂ ਨੇ। ਇਸ ਬੁੱਕ ਦੇ ਪਹਿਲੇ ਚੈਪਟਰ ਦਾ ਨਾਮ ਹੈ ਦ ਫੰਡਾਮੈਂਟਲਸ ਆਫ ਐਟੋਮਿਕ ਹੈਬਿਟਸ। ਇਹ ਬੁੱਕ ਦਾ ਪਹਿਲਾ ਚੈਪਟਰ ਹੈ ਅਤੇ ਇਹਦੇ ਵਿੱਚ ਜਿਹੜਾ ਲੇਖਕ ਹੈ ਨਾ ਉਹਨੇ ਐਟੋਮਿਕ ਹੈਬਿਟਸ ਬਾਰੇ ਗੱਲ ਕੀਤੀਆਂ ਨੇ ਕਿ ਕਿਵੇਂ ਛੋਟੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਪ੍ਰਭਾਵ ਪਾਉਂਦੀਆਂ ਨੇ। ਉਹ ਕਹਿੰਦੇ ਕਿ ਕਈ ਵਾਰੀ ਆਪਾਂ ਜਿਹੜੀ ਚੀਜ਼ ਛੋਟੀ ਕਰਦੇ ਹਾਂ ਆਪਾਂ ਉਹਨੂੰ ਇੱਦਾਂ ਇਗਨੋਰ ਕਰ ਦਿੰਦੇ ਹਾਂ। ਉਹਨੇ ਇਸ ਬਾਰੇ ਗੱਲ ਕੀਤੀ ਹੈ ਕਿ ਰੋਜ਼ ਦੀ ਇੱਕ ਛੋਟੀ ਜਿਹੀ ਆਦਤ ਵੀ ਤੁਹਾਨੂੰ ਸਾਲ ਦੇ ਐਂਡ ਤੱਕ ਬਹੁਤ ਵਧੀਆ ਬੰਦਾ ਬਣਾ ਸਕਦੀਆਂ ਨੇ, ਜਦਕਿ ਛੋਟੀ ਜਿਹੀ ਚੀਜ਼ ਆਪਾਂ ਰਿਅਲਾਈਜ਼ ਨਹੀਂ ਕਰਦੇ। ਉਹ ਕਹਿੰਦਾ ਹੈ ਕਿ ਮੰਨ ਲਓ ਕਿ ਅੱਜ ਤੁਸੀਂ 1 ਪੈਸਾ ਇਕੱਠਾ ਕਰ ਰਹੇ ਹੋ, ਲਾਈਕ ਜਸਟ ਐਗਜ਼ਾਮਪਲ, ਤੁਸੀਂ ਰੋਜ਼ ਦਾ 1 ਪੈਸਾ ਕਿਤੋਂ ਲੈ ਰਹੇ ਹੋ ਜਾਂ 1 ਪੈਸਾ ਕਿਸੇ ਬਾਕਸ ਦੇ ਵਿੱਚ ਪਾ ਰਹੇ ਹੋ, ਤੁਸੀਂ ਰਿਅਲਾਈਜ਼ ਨਹੀਂ ਕਰੋਗੇ ਐਟ ਦ ਐਂਡ ਆਫ ਦਾ ਈਅਰ ਉਹ ਕਿੰਨਾ ਵੱਡਾ ਅਮਾਊਂਟ ਬਣ ਜਾਏਗਾ। ਬਟ ਐਟ ਦ ਮੋਮੈਂਟ ਇਟ ਵਾਜ਼ ਜਸਟ ਅ ਪੈਨੀ, ਉਹ ਸਿਰਫ 1 ਪੈਸਾ ਸੀਗਾ। ਉਸ ਟਾਈਮ ਤੁਹਾਨੂੰ ਨਹੀਂ ਫਰਕ ਲੱਗਿਆ ਸੀ ਕਿ ਤੁਹਾਡੀ ਲਾਈਫ ਦੇ ਵਿੱਚ ਕੁਝ ਜ਼ਿਆਦਾ ਫਰਕ ਲਿਆ ਸਕਦਾ ਹੈ, ਪਰ ਓਵਰ ਦਾ ਟਾਈਮ ਉਸਨੇ ਤੁਹਾਡੀ ਪਰਸਨਲ ਗਰੋਥ ਦੇ ਵਿੱਚ ਜਾਂ ਕਹਿ ਦਿਓ ਓਵਰ ਦਾ ਟਾਈਮ ਉਹ ਅਮਾਊਂਟ ਤੁਹਾਡੇ ਲਈ ਵੱਡਾ ਹੋ ਗਿਆ। ਸੇਮ ਚੀਜ਼ ਉਹ ਕਹਿ ਰਿਹਾ ਹੈ ਕਿ ਜਿਵੇਂ ਚੰਗੀਆਂ ਆਦਤਾਂ ਆਪਾਂ ਨੂੰ ਚੰਗਾ ਇਨਸਾਨ ਬਣਾਉਂਦੀਆਂ ਨੇ, ਛੋਟੀਆਂ ਬੁਰੀਆਂ ਆਦਤਾਂ ਵੀ ਆਪਾਂ ਨੂੰ ਬੁਰਾਈ ਵੱਲ ਲੈ ਕੇ ਜਾਂਦੀਆਂ ਨੇ। ਆਪਾਂ ਰਿਅਲਾਈਜ਼ ਨਹੀਂ ਕਰਦੇ ਕਦੋਂ ਉਹ ਛੋਟੀ ਬੁਰੀਆਂ ਆਦਤਾਂ ਆਪਣੀ ਲਾਈਫ ਨੂੰ ਓਵਰਟੇਕ ਕਰ ਲੈਂਦੀਆਂ ਨੇ ਅਤੇ ਆਪਣਾ ਜਿਹੜਾ ਰਾਸਤਾ ਹੁੰਦਾ ਆਪਾਂ ਉਸਨੇ ਇਸ ਚੈਪਟਰ ਦੇ ਵਿੱਚ ਵੀ ਡਿਫਰੈਂਟ ਐਗਜ਼ਾਮਪਲਸ ਲੈਣ ਦੀਆਂ ਕੋਸ਼ਿਸ਼ ਕੀਤੀਆਂ ਨੇ। ਇਸ ਦੇ ਵਿੱਚ ਉਹਨੇ ਇੱਕ ਬ੍ਰਿਟਿਸ਼ ਸਾਈਕਲਿੰਗ ਟੀਮ ਦੀ ਐਗਜ਼ਾਮਪਲ ਲਈ ਹੈ ਜਿਨ੍ਹਾਂ ਨੇ ਆਪਦੀ ਇੱਕ ਰੇਸ ਜਿੱਤਣ ਲਈ ਆਪਦੀਆਂ ਛੋਟੀਆਂ ਚੀਜ਼ਾਂ ਚੇਂਜ ਕੀਤੀਆਂ, ਜਿਵੇਂ ਕਿ ਸਾਈਕਲ ਦਾ ਰੰਗ ਚੇਂਜ ਕੀਤਾ, ਬੈਟਰ ਸਲੀਪ ਲਈ ਆਪਦੇ ਸਿਰਹਾਣੇ ਚੇਂਜ ਕੀਤੇ। ਯਾਨੀ ਕਿ ਬਹੁਤ ਛੋਟੀਆਂ ਗੱਲਾਂ ਜੋ ਆਪਾਂ ਕਈ ਵਾਰੀ ਇਗਨੋਰ ਕਰ ਦਿੰਦੇ ਹਾਂ ਅਤੇ ਉਹਨਾਂ ਦੇ ਉਹ ਨਿੱਕੀਆਂ ਆਦਤਾਂ ਦੇ ਚੇਂਜ ਨਾਲ ਜਿਹੜਾ ਓਲੰਪਿਕ ਹੈ ਉਹਦੇ ਵਿੱਚ ਉਹਨਾਂ ਦੀ ਜਿੱਤ ਹੋਈ। ਇਸ ਚੈਪਟਰ ਦੇ ਵਿੱਚ ਲੇਖਕ ਨੇ ਕੋਸ਼ਿਸ਼ ਕੀਤੀ ਹੈ ਆਪਾਂ ਨੂੰ ਸਮਝਾਉਣ ਲਈ ਕਿ ਐਟੋਮਿਕ ਹੈਬਿਟਸ ਕੀ ਨੇ। ਐਟੋਮਿਕ ਹੈਬਿਟਸ ਦਾ ਮਤਲਬ ਸੀਗਾ ਛੋਟੀਆਂ ਆਦਤਾਂ ਜਿਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲੈ ਕੇ ਆ ਸਕਦੇ ਹਾਂ। ਅਤੇ ਉਸਨੇ ਕਿਹਾ ਹੈ ਕਿ ਤੁਸੀਂ ਆਪਦੇ ਮੰਜ਼ਿਲ ਵੱਲ ਸਿਰਫ ਨਹੀਂ, ਆਪਦੇ ਮੰਜ਼ਿਲ ਦੇ ਰਾਹ ਵੱਲ ਧਿਆਨ ਦਿਓ ਕਿ ਇੱਕ ਮੰਜ਼ਿਲ ਨੂੰ ਪਾਉਣ ਲਈ ਆਪਣੇ ਕੋਲ 2 ਰਾਸਤੇ ਹੋ ਸਕਦੇ ਨੇ, ਸਹੀ ਅਤੇ ਗਲਤ। ਤੁਸੀਂ ਇਹ ਵੀ ਸੋਚੋ ਕਿ ਕਿਸ ਰਾਹ 'ਤੇ ਚੱਲ ਕੇ ਤੁਸੀਂ ਮੰਜ਼ਿਲ ਤੱਕ ਪਹੁੰਚਣਾ ਹੈ। ਇਹ ਸੀਗਾ ਜੀ ਆਪਣਾ ਫਸਟ ਚੈਪਟਰ। ਇਸ ਕਿਤਾਬ ਦੇ ਦੂਜੇ ਚੈਪਟਰ ਦਾ ਨਾਮ ਹੈ ਦ 4 ਲਾਜ਼ ਆਫ ਬਿਹੇਵੀਅਰ ਚੇਂਜ। 4 ਲਾਜ਼ ਨੇ। ਜੋ ਪਹਿਲਾ ਹੈ ਉਹ ਹੈਗਾ ਦ ਕਿਊ, ਜਿਹਦਾ ਮਤਲਬ ਹੈ ਮੇਕ ਇਟ ਓਬਵੀਅਸ। ਉਹਦਾ ਮਤਲਬ ਇਹ ਹੈ ਕਿ ਤੁਸੀਂ ਆਪਦੇ ਦਿਮਾਗ ਨੂੰ ਆਪਦੇ ਆਪ ਨੂੰ ਇੱਕ ਆਦਤ ਨੂੰ ਬਣਾਉਣ ਲਈ ਕੁਝ ਛੋਟੇ ਸਾਈਨਸ ਦੇਣੇ ਨੇ। ਜਿਵੇਂ ਮੰਨ ਲਓ ਤੁਸੀਂ ਸੁਬਾਹ ਉੱਠ ਕੇ ਰੋਜ਼ ਪਹਿਲੇ ਆਪਦਾ ਬੈੱਡ ਬਣਾਉਣਾ, ਠੀਕ ਹੈ। ਹੁਣ ਇਹ ਕਰਨ ਲਈ ਤੁਸੀਂ ਆਪਦੇ ਆਪ ਨੂੰ ਰੋਜ਼ ਸੁਬਾਹ ਉੱਠਦੇ ਹੀ ਆਪਦੇ ਦਿਮਾਗ ਨੂੰ ਦਿਨ ਸ਼ੁਰੂ ਕਰਦੇ ਇੱਕ ਕਿਊ ਦੇ ਦਿੰਦੇ ਹੋ ਕਿ ਜੇ ਮੈਂ ਆਪਦਾ ਬੈੱਡ ਅੱਜ ਬਣਾ ਲਿਆ ਤਾਂ ਮੇਰਾ ਪੂਰਾ ਦਿਨ ਔਰਗਨਾਈਜ਼ਡ ਜਾਏਗਾ। ਹੈ ਤਾਂ ਇੱਕ ਛੋਟੀ ਜਿਹੀ ਆਦਤ, ਪਰ ਇਸ ਦੇ ਨਾਲ ਤੁਸੀਂ ਆਪਣੇ ਦਿਮਾਗ ਨੂੰ ਇੱਕ ਕਿਊ ਦੇ ਰਹੇ ਹੋ, ਇੱਕ ਸਾਈਨ ਦੇ ਰਹੇ ਹੋ ਕਿ ਆਪਾਂ ਆਪਦਾ ਦਿਨ ਕਿਵੇਂ ਲੈ ਕੇ ਜਾਣਾ ਹੈ, ਇੱਕ ਡਿਸਪਲਿਨਡ ਵੇ ਦੇ ਵਿੱਚ ਲੈ ਕੇ ਜਾਣਾ ਹੈ। ਅਤੇ ਉਹਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾ ਕੰਮ ਹੋਏਗਾ ਕਿ ਆਪਾਂ ਆਪਣੀ ਦਿਨ ਦੀ ਸ਼ੁਰੂਆਤ ਆਪਦੇ
ਸੁਬਾਹ ਦੇ ਪਹਿਲੇ ਕੰਮ ਯਾਨੀ ਕਿ ਬੈੱਡ ਬਣਾਉਣ ਤੋਂ ਕਰੀਏ। ਸੋ ਜਿਹੜਾ ਸੈਕਿੰਡ ਲਾਅ ਹੈਗਾ ਉਹ ਹੈਗਾ ਦ ਕ੍ਰੇਵਿੰਗ, ਜਿਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਅਟਰੈਕਟਿਵ ਬਣਾਓ। ਜਿਹੜੀ ਵੀ ਆਦਤ ਨੂੰ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਐਡ ਕਰਨਾ ਚਾਹੁੰਦੇ ਹੋ, ਉਸ ਨੂੰ ਥੋੜ੍ਹਾ ਜਿਹਾ ਅਟਰੈਕਟਿਵ ਬਣਾਓ ਤਾਂ ਕਿ ਤੁਹਾਡਾ ਜਿਹੜਾ ਦਿਮਾਗ ਹੈ ਉਸ ਦੇ ਵੱਲ ਟੈਂਪਟ ਹੋਵੇ, ਉਸ ਦਾ ਜੀ ਕਰੇ ਉਹ ਕੰਮ ਕਰਨ 'ਤੇ ਹੌਲੀ ਹੌਲੀ ਉਹ ਤੁਹਾਡੀ ਆਦਤ ਬਣ ਜਾਏ। ਸੇਮ ਥਿੰਗ ਗੋਜ਼ ਫॉर ਫੂਡ। ਤੁਹਾਨੂੰ ਪਤਾ ਹੋਏਗਾ ਕਿ ਕਈ ਵਾਰੀ ਆਪਾਂ ਨੂੰ ਘਰੇ ਖਾਣ ਦਾ ਜੀ ਨਹੀਂ ਕਰਦਾ, ਆਪਾਂ ਜਿਹੜੀਆਂ ਬਾਹਰਲੀਆਂ ਚੀਜ਼ਾਂ ਨੇ ਉਹਨਾਂ ਵੱਲ ਜ਼ਿਆਦਾ ਟੈਂਪਟ ਹੁੰਦੇ ਹਾਂ, ਜ਼ਿਆਦਾ ਅਟਰੈਕਟ ਹੁੰਦੇ ਹਾਂ। ਕਿਉਂਕਿ ਆਪਾਂ ਆਪਣੇ ਦਿਮਾਗ ਨੂੰ ਇਹ ਸਿਖਾਇਆ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਬਾਹਰਲੀਆਂ ਨੇ ਉਹ ਜ਼ਿਆਦਾ ਸਵਾਦ ਨੇ। ਸੋ ਇਟਸ ਜਸਟ ਅਬਾਊਟ ਦ ਮਾਈਂਡ। ਉਹ ਕਹਿੰਦੇ ਕਿ ਜੇ ਤੁਸੀਂ ਆਪਦੇ ਮਾਈਂਡ ਨੂੰ ਕੋਈ ਵੀ ਛੋਟੀ ਆਦਤ ਦੇ ਲਈ ਟੈਂਪਟ ਕਰ ਲਓ, ਤੁਸੀਂ ਆਪਦੇ ਦਿਮਾਗ ਨੂੰ ਇਹ ਚੀਜ਼ ਸਮਝਾ ਲਓ ਕਿ ਜੇ ਮੈਂ ਇਹ ਕਰੂੰਗਾ ਤਾਂ ਹਾਂ ਇਨ ਫਿਊਚਰ ਇਟ ਵਿਲ ਰਿਵਾਰਡ ਵੀ, ਮੈਨੂੰ ਕੁਛ ਚੰਗਾ ਮਿਲੇਗਾ, ਤਾਂ ਫਿਰ ਤੁਹਾਡਾ ਉਹ ਦਿਮਾਗ ਉਹ ਆਦਤ ਨੂੰ ਅਪਣਾ ਲਏਗਾ। ਇਸ ਤੋਂ ਬਾਅਦ ਆਉਂਦਾ ਜੀ ਦਾ ਰਿਸਪੌਂਸ, ਜਿਹਨੂੰ ਆਪਾਂ ਮੇਕ ਇਟ ਈਜ਼ੀ ਵੀ ਕਹਿ ਦਿੰਦੇ ਹਾਂ। ਉਹ ਕਹਿੰਦੇ ਕਿ ਤੁਸੀਂ ਜਿਹੜੀ ਵੀ ਆਦਤ ਅਪਣਾਉਣਾ ਚਾਹੁੰਦੇ ਹੋ, ਆਪਦੇ ਦਿਮਾਗ ਨੂੰ ਦੱਸੋ ਕਿ ਇਹ ਬਹੁਤ ਹੀ ਸੌਖੀ ਚੀਜ਼ ਹੈ ਮੇਰੇ ਲਈ, ਇਹ ਮੇਰੇ ਲਈ ਕੋਈ ਬਰਡਨ ਨਹੀਂ ਹੈ, ਇਹਨੂੰ ਕਰਨਾ ਮੇਰੇ ਲਈ ਕੁਝ ਔਖਾ ਨਹੀਂ ਹੈ, ਜਾਂ ਇਹਨੂੰ ਕਰਕੇ ਮੈਂ ਉਦਾਸ ਨਹੀਂ ਹੋਵਾਂਗਾ ਜਾਂ ਹੋਵਾਂਗੀ, ਇਹ ਕੰਮ ਕਰਕੇ ਮੈਨੂੰ ਅੱਛੀ ਫੀਲਿੰਗ ਆਏਗੀ, ਮੈਂ ਪੋਜ਼ੀਟਿਵ ਹੋਵਾਂਗੀ। ਜੇ ਤੁਸੀਂ ਆਪਦੇ ਦਿਮਾਗ ਨੂੰ ਕਹਿ ਦੋਗੇ ਵੀ ਆਪਦਾ ਰਿਸਪੌਂਸ ਪਹਿਲਾਂ ਹੀ ਪੋਜ਼ੀਟਿਵ ਰੱਖ ਲੋਗੇ, ਤੇ ਜਿਹੜਾ ਵੀ ਬੈਰੀਅਰ ਹੈ, ਜਿਹੜੀ ਵੀ ਚੀਜ਼ ਇਨ ਬਿਟਵੀਨ ਆ ਰਹੀ ਹੈ ਤੁਹਾਡੇ ਤੇ ਤੁਹਾਡੀ ਇੱਕ ਚੰਗੀ ਆਦਤ ਦੇ ਵਿੱਚ, ਉਹ ਟੁੱਟ ਜਾਏਗਾ। ਕਿਉਂਕਿ ਤੁਹਾਡਾ ਸਾਰਾ ਦਿਮਾਗ, ਤੁਹਾਡੀ ਬੋਡੀ ਨੂੰ ਜੇ ਤੁਸੀਂ ਇਹੀ ਫੀਡ ਕਰ ਰਹੇ ਹੋ ਕਿ ਦਿਸ ਇਜ਼ ਵੈਰੀ ਈਜ਼ੀ ਟੂ ਡੂ, ਤਾਂ ਤੁਹਾਡਾ ਦਿਮਾਗ ਉਹਨੂੰ ਛੇਤੀ ਤੋਂ ਛੇਤੀ ਕਰ ਲਏਗਾ। ਸੋ ਦ ਲਾਸਟ ਵਨ ਇਜ਼ ਦ ਰਿਵਾਰਡ, ਜਿਸ ਦਾ ਮਤਲਬ ਹੈ ਮੇਕ ਇਟ ਸੈਟਿਸਫਾਈਂਗ। ਉਹ ਕਹਿ ਰਹੇ ਕਿ ਤੁਸੀਂ ਹਰ ਛੋਟੀ ਤੋਂ ਛੋਟੀ ਚੀਜ਼ ਜੋ ਕਿ ਤੁਸੀਂ ਆਪਦੇ ਲਈ ਭਾਵੇਂ ਕਰ ਰਹੇ ਹੋ, ਆਪਦੇ ਆਪ ਨੂੰ ਕੁਝ ਰਿਵਾਰਡ ਦਿਓ, ਆਪਦੇ ਆਪ ਨੂੰ ਸ਼ਾਬਾਸ਼ੀ ਦਿਓ। ਮੰਨ ਲਓ ਜੇ ਅੱਜ ਸੁਬਾਹ ਉੱਠ ਕੇ ਮੈਂ ਮੇਰਾ ਬੈੱਡ ਬਣਾ ਲਿਆ ਇੱਕ ਛੋਟੀ ਜਿਹੀ ਚੀਜ਼, ਜਾਂ ਫਿਰ ਮੈਂ ਆਪਦੇ ਲਈ ਖਾਣਾ ਕੁੱਕ ਕਰ ਲਿਆ, ਜਾਂ ਫਿਰ ਮੈਂ ਆਪਦੀ ਮੀਲ ਪ੍ਰੈਪ ਕਰ ਲਈ ਪੂਰੇ ਹਫਤੇ ਲਈ, ਤਾਂ ਆਈ ਸ਼ੁੱਡ ਗਿਵ ਮਾਈ ਸੈਲਫ ਅ ਰਿਵਾਰਡ। ਮੈਨੂੰ ਆਪਦੇ ਆਪ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ, ਜਾਂ ਫਿਰ ਆਪਦੇ ਆਪ ਲਈ ਕੋਈ ਚਾਕਲੇਟ ਖਰੀਦ ਲਓ, ਜਾਂ ਆਪਦੇ ਆਪ ਨੂੰ ਕੁਝ ਵੀ ਛੋਟਾ ਤੋਂ ਛੋਟਾ ਲੈ ਕੇ ਦੇ ਦਿਓ, ਪਰ ਆਪਦੇ ਆਪ ਨੂੰ ਤੁਸੀਂ ਸ਼ਾਬਾਸ਼ੀ ਦਿਓ, ਆਪਦੇ ਆਪ ਨੂੰ ਕੋਈ ਰਿਵਾਰਡ ਦਿਓ, ਤਾਂ ਕਿ ਨੈਕਸਟ ਟਾਈਮ ਤੁਹਾਡਾ ਜੀ ਕਰੇ ਕਿ ਲਾਸਟ ਟਾਈਮ ਮੈਂ ਇਹ ਕੰਮ ਕੀਤਾ ਸੀ ਅਤੇ ਮੈਂ ਇੰਨੀ ਖੁਸ਼ ਸੀ ਅਤੇ ਮੈਂ ਆਪਦੇ ਆਪ ਨੂੰ ਰਿਵਾਰਡ 'ਚ ਆਹ ਚੀਜ਼ ਦਿੱਤੀ ਸੀ। ਜੇ ਮੈਂ ਅੱਜ ਆਹ ਕੰਮ ਦੁਬਾਰਾ ਕਰੂੰਗੀ ਤਾਂ ਫਿਰ ਮੈਨੂੰ ਹੀ ਸੇਮ ਖੁਸ਼ੀ ਮਿਲੇਗੀ, ਤਾਂ ਫਿਰ ਮੈਂ ਆਪਦੇ ਆਪ ਨੂੰ ਰਿਵਾਰਡ ਕਰ ਸਕਦੀ ਹਾਂ, ਤਾਂ ਕਿ ਤੁਹਾਡੇ ਮਨ 'ਚ ਕੋਈ ਗਿਲਟ ਨਾ ਹੋਵੇ, ਖੁਸ਼ੀ ਹੀ ਹੋਵੇ। ਕਹਿੰਦੇ ਕਿ ਜੇ ਆਹ 4 ਲੌਜ਼ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਲੈ ਆਓਗੇ ਨਾ, ਤਾਂ ਤੁਹਾਡੇ ਚਾਂਸਿਸ ਜਿਹੜੇ ਨੇ ਵੱਧ ਜਾਂਦੇ ਨੇ ਇੱਕ ਚੰਗੀ ਆਦਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਲਈ। ਮੇਨ ਜਿਹੜੀ ਚੀਜ਼ ਲੇਖਕ ਬਾਰ-ਬਾਰ ਫੋਕਸ ਕਰ ਰਿਹਾ, ਉਹ ਇਹੀ ਕਰ ਰਿਹਾ ਕਿ ਕਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਜੁੜ ਕੇ ਹੀ ਇੱਕ ਚੰਗੀ ਤੇ ਵਧੀਆ ਜ਼ਿੰਦਗੀ ਬਣਾ ਸਕਦੇ ਹੋ। ਇਸ ਤੋਂ ਬਾਅਦ ਲੇਖਕ ਨੇ ਗੱਲ ਕੀਤੀ ਹੈ ਆਪਣੇ ਦਿਮਾਗ ਦੀ, ਕਿ ਕਿਵੇਂ ਆਪਣੇ ਦਿਮਾਗ ਨੂੰ ਇੱਕ ਆਦਤ ਨੂੰ ਅਪਣਾਉਣ 'ਚ ਕਿਵੇਂ ਟਾਈਮ ਲੱਗਦਾ ਹੈ, ਅਤੇ ਕਿਵੇਂ ਆਪਣੇ ਦਿਮਾਗ ਨੂੰ ਪ੍ਰੋਗਰਾਮ ਕਰ ਸਕਦੇ ਹਾਂ ਕਿ ਉਹ ਆਪਣੀ ਇੱਕ ਚੰਗੀ ਆਦਤ ਨੂੰ ਅਪਣਾਵੇ। ਸੋ ਇਹ ਚੈਪਟਰ ਦੇ ਵਿੱਚ ਜਿਹੜਾ ਲੇਖਕ ਹੈ ਉਸਨੇ ਗੱਲ ਦੁਬਾਰਾ ਕੀਤੀ ਹੈ ਕਿਊ, ਕ੍ਰੇਵਿੰਗ, ਰਿਸਪੌਂਸ ਅਤੇ ਰਿਵਾਰਡ ਦੀ, ਅਤੇ ਉਹਨੇ ਲੇਖਕ ਹੈ ਉਹ ਨਿਊਰੋ ਸਾਇੰਸ ਦੇ ਉੱਪਰ ਜਿਹੜਾ ਫੋਕਸ ਕਰ ਰਿਹਾ। ਉਹ ਕਹਿੰਦਾ ਕਿ ਇਹਦੇ ਪਿੱਛੇ ਵੀ ਇੱਕ ਸਾਇੰਸ ਹੈ, ਕਿਵੇਂ ਇੱਕ ਜਿਹੜੀ ਹੈਬਿਟ ਹੈ ਉਹ ਬਿਲਡ ਹੁੰਦੀ ਹੈ। ਉਹਦੇ ਵਿੱਚ ਉਹ ਕਹਿੰਦਾ ਹੈ ਕਿ ਆਪਾਂ ਪਹਿਲਾਂ ਆਪਦੇ ਦਿਮਾਗ ਨੂੰ ਕ੍ਰੇਵ ਕਰਦੇ ਹਾਂ। ਕ੍ਰੇਵ ਮਤਲਬ ਕਿ ਆਪਣੇ ਦਿਮਾਗ ਨੂੰ ਕਿਸੇ ਵੀ ਚੀਜ਼ ਲਈ ਟੈਂਪਟ ਕਰਦੇ ਹਾਂ, ਕਿਸੇ ਵੀ ਚੀਜ਼ ਦਾ ਲਾਲਚ ਦਿੰਦੇ ਹਾਂ ਕਿ ਜੇ ਮੈਂ ਇੱਦਾਂ ਕਰੂੰਗਾ ਤਾਂ ਉਹਦਾ ਆਊਟਕਮ ਮੈਨੂੰ ਇਹ ਮਿਲੂਗਾ। ਆਪਾਂ ਜਿਹੜੇ ਨੇ ਛੋਟੇ ਛੋਟੇ ਸਟੈਪਸ ਬਣਾਉਂਦੇ ਹਾਂ ਆਪਣੇ ਦਿਮਾਗ ਲਈ, ਤਾਂ ਕਿ ਜਿਹੜਾ ਆਪਣਾ ਦਿਮਾਗ ਹੈ ਇੱਕ ਨਵੀਂ ਆਦਤ ਲਈ ਰੈਡੀ ਹੋਵੇ। ਅਤੇ ਉਹ ਕਰਨ ਦੇ ਲਈ, ਯਾਨੀ ਕਿ ਕਿਸੇ ਵੀ ਚੰਗੀ ਆਦਤ ਨੂੰ ਅਪਣਾਉਣ ਲਈ, ਆਪਾਂ ਆਪਣੇ ਦਿਮਾਗ ਨੂੰ ਰਿਵਾਰਡਸ ਬਾਰੇ ਵੀ ਦੱਸਦੇ ਹਾਂ ਕਿ ਜੇ ਮੈਂ ਚੰਗਾ ਕੰਮ ਕਰੂੰਗਾ ਜਾਂ ਕਰੂੰਗੀ ਤਾਂ ਮੇਰੀ ਲਾਈਫ ਦੇ ਵਿੱਚ ਜਿਹੜੇ ਮੈਨੂੰ ਰਿਜ਼ਲਟਸ ਨੇ ਮਿਲਣਗੇ, ਅਤੇ ਉਹ ਰਿਜ਼ਲਟਸ ਦੇ ਨਾਲ ਮੇਰਾ ਕਿਵੇਂ ਫਾਇਦਾ ਹੋ ਸਕਦਾ ਹੈ। ਲੇਖਕ ਇਹ ਵੀ ਕਹਿੰਦਾ ਹੈ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਗੀ ਆਦਤ ਅਪਣਾ ਲੈਂਦੇ ਹੋ, ਤਾਂ ਉਹਦੇ ਉੱਪਰ ਤੁਸੀਂ ਇੱਕ ਦੂਸਰੀ ਚੰਗੀ ਆਦਤ ਲੈ ਕੇ ਆਓ। ਇਹਨੂੰ ਆਪਾਂ ਹੈਬਿਟ ਸਟੈਕਿੰਗ ਬੋਲਦੇ ਹਾਂ, ਕਿ ਇੱਕ ਆਦਤ ਦੇ ਉੱਤੇ ਦੂਜੀ ਆਦਤ ਨੂੰ ਲੈ ਕੇ ਆਉਣਾ, ਯਾਨੀ ਕਿ ਛੋਟੀ ਛੋਟੀ ਲੜੀਆਂ ਨੂੰ ਮਿਲਾ ਕੇ ਆਪਾਂ ਗੁੱਡ ਹੈਬਿਟਸ ਦੀ ਇੱਕ ਚੇਨ ਬਣਾ ਸਕਦੇ ਹਾਂ। ਉਹ ਕਹਿੰਦੇ ਕਿ ਇੱਕ ਚੰਗੀ ਆਦਤ ਅਪਣਾਉਣ ਨੂੰ ਆਪਣੇ ਕੋਲ ਇੱਕ ਪਲਾਨ ਹੋਣਾ ਚਾਹੀਦਾ ਹੈ ਕਿ ਕਦੋਂ ਆਪਾਂ ਸ਼ੁਰੂ ਕਰਨਾ, ਕਿਵੇਂ ਆਪਾਂ ਸ਼ੁਰੂ ਕਰਨਾ, ਤਾਂ ਹੈਬਿਟ ਆਪਾਂ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਹੈ, ਅਤੇ ਉਹਦੇ ਨਾਲ ਆਪਾਂ ਨੂੰ ਕੀ ਫਾਇਦਾ ਹੋਏਗਾ। ਜਦੋਂ ਵੀ ਕੋਈ ਆਦਤ ਸ਼ੁਰੂ ਕਰਨ ਲੱਗੇ ਹੋਵੋ, ਤੁਹਾਨੂੰ ਇਹ 4 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਤਾਂ ਹੀ ਤੁਹਾਡਾ ਜਿਹੜਾ ਦਿਮਾਗ ਹੈ ਉਹ ਉਹਦੀ ਸਾਇੰਸ ਨੂੰ ਸਮਝੇਗਾ ਅਤੇ ਉਹ ਉਸ ਚੀਜ਼ 'ਤੇ ਵਰਕ ਕਰੇਗਾ। ਮੰਨ ਲਓ ਜੇ ਤੁਹਾਡੇ ਕੋਲ ਕੋਈ ਪਲਾਨ ਨਹੀਂ ਹੈਗਾ, ਮੰਨ ਲਓ ਜੇ ਮੈਂ ਕਹਾਂ ਕਿ ਜਿਸ ਵੇਲੇ ਮੈਂ ਬੈੱਡ ਬਣਾ ਦੂੰਗੀ ਉਹਦਾ ਮੇਰੀ ਜ਼ਿੰਦਗੀ 'ਚ ਕੋਈ ਜ਼ਿਆਦਾ ਫਰਕ ਤਾਂ ਪੈ ਨਹੀਂ ਲੱਗਾ, ਮੈਂ ਕਿਉਂ ਕਰਾਂ, ਅਤੇ ਮੈਂ ਉਹ ਸਕਿਪ ਕਰ ਦੂੰਗੀ। ਪਰ
ਜੇ ਮੈਂ ਮੇਰੇ ਦਿਮਾਗ ਨੂੰ ਦੱਸਿਆ ਹੋਵੇ ਵੀ ਹਾਂ, ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਜੇ ਆਪਾਂ ਕਰਾਂਗੇ ਆਪਣਾ ਪੂਰਾ ਦਿਨ ਔਰਗੇਨਾਈਜ਼ ਜਾਏਗਾ ਅਤੇ ਮੇਰੇ ਦਿਮਾਗ ਨੂੰ ਇੱਕ ਰਿਵੋਰਡ ਦਾ ਲਾਲਚ ਮਿਲੇਗਾ ਅਤੇ ਉਹ ਚੀਜ਼ ਦੀ ਸਾਇੰਸ ਦੇ ਵਿੱਚ ਜਾਏਗਾ ਅਤੇ ਉਹ ਚੀਜ਼ ਨੂੰ ਸਮਝੇਗਾ ਅਤੇ ਹੌਲੀ ਹੌਲੀ ਜੋ ਹੈ ਇੱਕ ਚੰਗੀ ਆਦਤ ਬਣ ਜਾਏਗੀ। ਉਹ ਕਹਿੰਦੇ ਕਿ ਜਦੋਂ ਵੀ ਤੁਸੀਂ ਆਪਣੇ ਦਿਮਾਗ ਨੂੰ ਕੋਈ ਆਦਤ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਸੋਚੋ ਕਿ ਇਹ ਆਦਤ ਚੰਗੀ ਹੋਵੇ, ਤੁਹਾਡੇ ਦਿਮਾਗ ਨੂੰ ਸ਼ਾਂਤੀ ਜਾਂ ਫਿਰ ਪੀਸ ਦਿੰਦੀ ਹੋਵੇ। ਉਹ ਕਹਿੰਦੇ ਕਿ ਜੇ ਤੁਸੀਂ ਆਪਦੇ ਦਿਮਾਗ ਨੂੰ ਥੋੜ੍ਹਾ ਬਹੁਤਾ ਸਮਝ ਲਓ ਕਿ ਤੁਹਾਡਾ ਦਿਮਾਗ ਕਿਵੇਂ ਕ੍ਰੇਵਿੰਗ ਵੱਲ ਵਰਕ ਕਰਦਾ ਹੈ ਜਾਂ ਤੁਹਾਡੇ ਦਿਮਾਗ ਦੇ ਪਿੱਛੇ ਜਿਹੜੀ ਸਾਇੰਸ ਹੈਗੀ ਹੈ, ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਦਾ ਬਦਲਾਵ ਉਸ ਅਕੋਰਡਿੰਗ ਕਰੋ ਅਤੇ ਤੁਹਾਡਾ ਆਪਣੇ ਦਿਮਾਗ ਦੇ ਉੱਤੇ ਆਪਣੀਆਂ ਆਦਤਾਂ ਦੇ ਉੱਤੇ ਥੋੜ੍ਹਾ ਬਹੁਤਾ ਕੰਟਰੋਲ ਹੋ ਜਾਏਗਾ ਕਿ ਤੁਸੀਂ ਆਪਣੀ ਇੱਕ ਲਾਈਫ ਨੂੰ ਪੋਜ਼ੀਟਿਵ ਵੇ ਵੱਲ ਲੀਡ ਕਰ ਸਕਦੇ ਹੋ। ਇਸ ਤੋਂ ਬਾਅਦ ਲੇਖਕ ਗੱਲ ਕਰਦਾ ਹੈ ਕਿ ਕਈ ਵਾਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਆਦਤਾਂ ਨੂੰ ਲੈ ਕੇ ਆਉਣਾ ਚਾਹੁੰਦੇ ਹਾਂ ਅਤੇ ਉਹ ਆਦਤਾਂ ਆਪਣੀ ਜ਼ਿੰਦਗੀ ਵਿੱਚ ਆ ਵੀ ਜਾਂਦੀਆਂ ਹਨ, ਪਰ ਉਸ ਤੋਂ ਬਾਅਦ ਵੀ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਜ਼ਿਆਦਾ ਫਰਕ ਦਿਖਦਾ ਨਹੀਂ। ਕੋਈ ਵੀ ਆਪਾਂ ਨੂੰ ਮਤਲਬ ਕਿ ਪ੍ਰੋਗਰੈਸ ਨਹੀਂ ਦਿਖਦੀ, ਜਾਂ ਫਿਰ ਆਪਾਂ ਸੋਚਦੇ ਹਾਂ ਕਿ ਮੈਨੂੰ ਲੱਗਿਆ ਸੀ ਕਿ ਜਦੋਂ ਮੇਰੀ ਇਹ ਆਦਤ ਲਾਈਫ ਦੇ ਵਿੱਚ ਆ ਚੁੱਕੀ ਤਾਂ ਮੇਰੇ ਗਰੋਥ ਵਿੱਚ ਇਹ ਚੇਂਜਿਸ ਆਉਣਗੇ, ਪਰ ਉੱਦਾਂ ਹੁੰਦਾ ਨਹੀਂ। ਉਹ ਕਹਿੰਦੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਟਾਈਮ ਆਉਂਦਾ ਹੈ ਕਿ ਜੋ ਆਪਾਂ ਅਚੀਵ ਕਰਨਾ ਚਾਹੁੰਦੇ ਹਾਂ ਉਹ ਅਚੀਵ ਕਰਨ ਤੋਂ ਬਾਅਦ ਵੀ ਆਪਾਂ ਨੂੰ ਉਹ ਖੁਸ਼ੀ ਨਹੀਂ ਮਿਲਦੀ ਜੋ ਕਿ ਆਪਾਂ ਸੋਚੀ ਹੁੰਦੀ ਹੈ, ਜਾਂ ਫਿਰ ਆਪਾਂ ਜਿਹੜੀਆਂ ਡਿਫਿਕਲਟੀਜ਼ ਨੂੰ ਫੇਸ ਕਰਕੇ ਉਹ ਚੀਜ਼ ਤੱਕ ਪਹੁੰਚੇ ਹੁੰਦੇ ਹਾਂ, ਆਪਾਂ ਨੂੰ ਲੱਗਦਾ ਹੈ ਕਿ ਇੰਨੀਆਂ ਡਿਫਿਕਲਟੀਜ਼ ਤੋਂ ਬਾਅਦ ਉਨੀ ਖੁਸ਼ੀ ਹੋਈ ਨਹੀਂ ਅਤੇ ਤੁਹਾਨੂੰ ਉਹਦੇ ਵਿੱਚ ਹਾਰ ਮੰਨਣ ਦੀ ਕੋਈ ਲੋੜ ਨਹੀਂ ਹੈ। ਐਸਾ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖ ਕੇ ਡਰ ਜਾਂਦੇ ਹਾਂ ਅਤੇ ਕਹਿੰਦੇ ਹਾਂ ਮੈਥੋਂ ਇਹ ਹੋਣੀ ਨਹੀਂ, ਜਾਂ ਫਿਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੇ ਆਪਾਂ ਦੇਖ ਕੇ ਕਹਿੰਦੇ ਵੀ ਇਹ ਤਾਂ ਮੇਰੇ ਲਈ ਬਹੁਤ ਸੌਖੀ ਹੈ, ਮੈਂ ਆਪਦੀ ਐਨਰਜੀ ਇਹਦੇ ਵਿੱਚ ਕਿਉਂ ਲਾਵਾਂ। ਦੋਨਾਂ ਹੀ ਕੇਸਿਸ ਦੇ ਵਿੱਚ ਆਪਾਂ ਆਪਣੇ ਦਿਮਾਗ ਨੂੰ ਕੁਛ ਨਾ ਕੁਝ ਫੀਡ ਕਰ ਰਹੇ ਹੁੰਦੇ ਹਾਂ। ਮੰਨ ਲਓ ਕਿ ਇੱਕ ਚੰਗੀ ਆਦਤ ਤੁਸੀਂ ਅਪਣਾ ਲਈ ਹੈ, ਪਰ ਫਿਰ ਵੀ ਤੁਹਾਨੂੰ ਤੁਹਾਡੀ ਗਰੋਥ ਦੇ ਵਿੱਚ ਜੇ ਕੋਈ ਫਰਕ ਨਹੀਂ ਲੱਗ ਰਿਹਾ, ਤੁਸੀਂ ਉਹਦੇ ਵਿੱਚ ਕੁਝ ਡਿਫਿਕਲਟੀਜ਼ ਐਡ ਕਰ ਸਕਦੇ ਹੋ, ਕੁਝ ਐਡੀਸ਼ਨਸ ਐਡ ਕਰ ਸਕਦੇ ਹੋ, ਤਾਂ ਕਿ ਤੁਸੀਂ ਉਹ ਆਦਤ ਤੋਂ ਬੋਰ ਨਾ ਹੋਵੋ ਅਤੇ ਤੁਹਾਡਾ ਇੰਟਰਸਟ ਬਣਿਆ ਰਹੇ। ਕਹਿੰਦੇ ਤੁਸੀਂ ਆਪਣਾ ਮਾਈਂਡਸੈਟ ਹਮੇਸ਼ਾ ਗਰੋਥ ਵਾਲਾ ਰੱਖੋ, ਤੁਸੀਂ ਹਮੇਸ਼ਾ ਆਪਦੇ ਪੋਜ਼ੀਟਿਵ ਰੱਖੋ ਅਤੇ ਹਮੇਸ਼ਾ ਆਪਦੇ ਆਪ ਨੂੰ ਲੈ ਕੇ, ਆਪਣੇ ਸਕਿੱਲਸ ਨੂੰ ਲੈ ਕੇ, ਆਪਣੇ ਪ੍ਰਿੰਸੀਪਲਸ ਨੂੰ ਲੈ ਕੇ, ਆਪਣੀ ਕਮਿਟਮੈਂਟ ਨੂੰ ਲਾ ਕੇ ਸਟਰੋਂਗ ਰਹੋ। ਇਸ ਤੋਂ ਬਾਅਦ ਲੇਖਕ ਨੇ ਗੱਲ ਕੀਤੀ ਹੈ ਦ ਪਾਵਰ ਆਫ ਆਈਡੈਂਟੀਟੀ ਐਂਡ ਬਿਲੀਫ ਦੇ ਬਾਰੇ, ਜਿਹਦੇ ਵਿੱਚ ਲੇਖਕ ਕਹਿੰਦਾ ਹੈ ਕਿ ਜੋ ਵੀ ਕਹਾਣੀਆਂ ਜਾਂ ਫਿਰ ਜੋ ਵੀ ਆਪਾਂ ਆਪਣੇ ਦਿਮਾਗ ਨੂੰ ਫੀਡ ਕਰਦੇ ਹਾਂ, ਆਪਾਂ ਉਸ ਤਰੀਕੇ ਦੇ ਬਣਨਾ ਚਾਹੁੰਦੇ ਹਾਂ। ਤੋਂ ਜਦੋਂ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਚੇਂਜਿਸ ਲੈ ਕੇ ਆਉਣਾ ਚਾਹ ਰਹੇ ਹੋ, ਕੁਝ ਚੰਗੀਆਂ ਆਦਤਾਂ ਲੈ ਕੇ ਆਉਣਾ ਚਾਹ ਰਹੇ ਹੋ, ਹਮੇਸ਼ਾ ਆਪਣੇ ਦਿਮਾਗ ਨੂੰ ਦੱਸਦੇ ਰਹੋ ਕਿ ਜੇ ਮੈਂ ਕਰੂੰਗਾ ਤਾਂ ਮੇਰੀ ਲਾਈਫ ਦੇ ਵਿੱਚ ਕੀ ਵਧੀਆ ਚੇਂਜਿਸ ਆਉਣਗੇ ਅਤੇ ਮੈਂ ਇੱਕ ਬੈਟਰ ਪਰਸਨ ਬਣੂੰਗਾ, ਇੱਕ ਮੇਰੀ ਜਿਹੜੀ ਆਈਡੈਂਟਿਟੀ ਹੈ ਉਹ ਜ਼ਿਆਦਾ ਸਟਰੋਂਗ ਅਤੇ ਬੈਟਰ ਹੋਏਗੀ। ਉਹਨੇ ਇਹ ਵੀ ਕਿਹਾ ਹੈ ਕਿ ਤੁਹਾਨੂੰ ਤੁਹਾਡੇ ਮੈਂਟਰ ਚੂਜ਼ ਕਰਨੇ ਚਾਹੀਦੇ ਨੇ, ਕੁਝ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਜਾਂ ਸੁਣਨਾ ਚਾਹੀਦਾ ਹੈ। ਤੁਹਾਨੂੰ ਆਪਣੀ ਜਿਹੜੀ ਆਈਡੈਂਟਿਟੀ ਹੈ ਉਹਨਾਂ ਨਾਲ ਅਲਾਈਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਗੋਲ ਸੈੱਟ ਕਰਨੇ ਚਾਹੀਦੇ ਨੇ, ਤੁਸੀਂ ਉਹਨਾਂ ਦੀਆਂ ਛੋਟੀਆਂ ਆਦਤਾਂ ਨੂੰ ਨੋਟਿਸ ਕਰੋ। ਅੱਜ ਕੱਲ੍ਹ ਇੰਟਰਨੈਟ ਦੀ ਹੈਲਪ ਨਾਲ ਕੋਈ ਔਖਾ ਕੰਮ ਨਹੀਂ ਹੈਗਾ, ਤੁਸੀਂ ਸਰਚ ਕਰ ਸਕਦੇ ਹੋ ਕਿ ਜੇ ਕੋਈ ਵੀ ਵਧੀਆ ਬੰਦਾ ਹੈਗਾ ਉਹਦੀਆਂ ਕੀ ਆਦਤਾਂ ਨੇ, ਉਹ ਆਪਣਾ ਦਿਨ ਕਿਵੇਂ ਸ਼ੁਰੂ ਕਰਦੇ ਨੇ ਜਾਂ ਕੀ ਚੀਜ਼ਾਂ ਫੋਲੋ ਕਰਦੇ ਨੇ, ਤੁਸੀਂ ਉਹਨਾਂ ਨੂੰ ਐਜ਼ ਆਪਣੇ ਗੋਲਸ ਲੈ ਕੇ ਚੱਲ ਸਕਦੇ ਹੋ ਕਿ ਮੈਂ ਵੀ ਇਹ ਆਦਤਾਂ ਲੈ ਕੇ ਆਉਣੀਆਂ ਨੇ। ਜਿਵੇਂ ਕੁਝ ਲੋਕਾਂ ਨੂੰ ਹੁੰਦਾ ਹੈ ਕਿ ਜੇ ਸੁਬਾਹ ਜਲਦੀ ਉੱਠੀਏ ਤਾਂ ਅਸੀਂ ਬਹੁਤ ਸਾਰਾ ਕੰਮ ਕਰ ਸਕਦੇ ਹਾਂ, ਜਿਹੜਾ ਟਾਈਮ ਆਪਾਂ ਸੋ ਕੇ ਵੇਸਟ ਕਰ ਰਹੇ ਹਾਂ, ਤੁਸੀਂ ਉਵੇਂ ਦੀ ਇੱਕ ਆਦਤ ਲੈ ਸਕਦੇ ਹੋ। ਇਹਦੇ ਵਿੱਚ ਉਹਨੇ ਆਲਮੋਸਟ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬੁਰੀ ਸੰਗਤ ਤੋਂ ਬਚੋ। ਜੇ ਤੁਸੀਂ ਆਪਣੇ ਵਰਗੇ ਲੋਕਾਂ ਦੇ ਨਾਲ ਰਹੋਗੇ ਤਾਂ ਤੁਸੀਂ ਉਵੇਂ ਦੇ ਹੀ ਬਣੋਗੇ, ਚੰਗੇ ਲੋਕਾਂ ਦੇ ਨਾਲ ਰਹੋ ਜਿਹਨਾਂ ਨਾਲ ਤੁਹਾਡੀ ਸੋਚ ਮੈਚ ਹੋ ਰਹੀ ਹੋਵੇ, ਜਾਂ ਫਿਰ ਜੋ ਕੁਛ ਲਾਈਫ ਦੇ ਵਿੱਚ ਗਰੋ ਕਰਨਾ ਚਾਹ ਰਹੇ ਹੋਣ। ਤਾਂ ਜਦੋਂ ਤੁਸੀਂ ਆਪਣਾ ਸੋਸ਼ਲ ਸਰਕਲ ਚੇਂਜ ਕਰੋਗੇ, ਜਿਹੜੀ ਤੁਹਾਡੀ ਆਈਡੈਂਟਿਟੀ ਹੈ ਉਹ ਵੀ ਚੇਂਜ ਹੋਏਗੀ ਅਤੇ ਤੁਹਾਡਾ ਜਿਹੜਾ ਬਿਲੀਫ ਹੈ ਉਹ ਵੀ ਚੇਂਜ ਹੋਏਗਾ। ਤੁਸੀਂ ਹਮੇਸ਼ਾ ਪੋਜ਼ੀਟਿਵ ਰਹੋਗੇ, ਪੋਜ਼ੀਟਿਵ ਤੁਹਾਡਾ ਦਿਮਾਗ ਫੀਡ ਹੋਏਗਾ ਐਂਡ ਐਵਰੀਥਿੰਗ ਵਿਲ ਬੀ ਬੈਟਰ। ਇਹ ਬੁੱਕ ਦੇ ਵਿੱਚ ਕਾਫੀ ਐਗਜ਼ਾਮਪਲਸ ਨੇ, ਰੀਅਲ ਲਾਈਫ ਸਟੋਰੀਜ਼ ਨੇ, ਕੇਸ ਸਟੱਡੀਜ਼ ਨੇ, ਤਾਂ ਕਿ ਤੁਹਾਨੂੰ ਇਹੀ ਗੱਲਾਂ ਵਾਰ-ਵਾਰ ਸਮਝਾਈਆਂ ਜਾਣ ਵੀ ਕਿਉਂ ਕੀ ਹੈ, ਕਿਵੇਂ ਤੁਸੀਂ ਆਦਤ ਪਾਉਣੀ ਹੈ, ਹੈਬਿਟ ਸਟੈਕਿੰਗ ਕੀ ਹੈ, ਹੈਬਿਟ ਨੂੰ ਟਰੈਕ ਕਰੋ, ਤੁਸੀਂ ਆਪਣੇ ਗੋਲ ਸੈੱਟ ਕਰੋ, ਗੋਲਸ ਨੂੰ ਅਚੀਵ ਕਰਕੇ ਰਿਵਾਰਡ ਕਰੋ, ਅੱਛੇ ਲੋਕਾਂ ਦੇ ਨਾਲ ਰਹੋ। ਅਗੇਨ ਐਂਡ ਅਗੇਨ ਇਹੀ ਗੱਲਾਂ ਨੇ ਤਾਂ ਕਿ ਤੁਹਾਡਾ ਜਿਹੜਾ ਮਾਈਂਡ ਹੈ ਇਹ ਚੀਜ਼ ਨਾਲ ਵਾਰ-ਵਾਰ ਫੀਡ ਹੁੰਦਾ ਰਹੇ। ਐਟ ਦੀ ਐਂਡ ਆਪਾਂ ਇਹ ਕਹਿ ਸਕਦੇ ਹਾਂ ਜਿਹੜੀ ਐਟੋਮਿਕ ਹੈਬਿਟਸ ਬੁੱਕ ਹੈ, ਜਿਹੜੀ ਕਿ ਜੇਮਸ ਕਲੀਅਰ ਨੇ ਲਿਖੀ ਹੈ,
ਉਹ ਆਪਾਂ ਨੂੰ ਪ੍ਰੈਕਟੀਕਲ ਐਡਵਾਈਸ ਦਿੰਦੀ ਹੈ, ਐਕਸ਼ਨੇਬਲ ਸਟੈਪਸ ਦਿੰਦੀ ਹੈ ਅਤੇ ਸਾਡੀ ਹੈਲਪ ਕਰਦੀ ਹੈ ਕਿ ਅਸੀਂ ਇਫੈਕਟਿਵ ਹੈਬਿਟਸ ਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਈਏ, ਬੁਰੀਆਂ ਆਦਤਾਂ ਤੋਂ ਦੂਰ ਰਹੀਏ। ਇਹਦੇ ਨਾਲ ਕੀ ਹੋਏਗਾ, ਆਪਾਂ ਇੱਕ ਮੋਰ ਫੁਲਫਿਲਿੰਗ ਅਤੇ ਸਕਸੈਸਫੁਲ ਲਾਈਫ ਹੈ ਜਿਹੜੀ ਉਹ ਕੰਟੀਨਿਊ ਕਰ ਸਕਦੇ ਹਾਂ। ਉਹਨੇ ਮੇਨ ਇਹ ਬੁੱਕ ਦੇ ਵਿੱਚ ਇਹੀ ਐਮਫਸਾਈਜ਼ ਕੀਤਾ ਹੈ ਕਿ ਜਿਹੜੀਆਂ ਛੋਟੀਆਂ ਛੋਟੀਆਂ ਆਦਤਾਂ ਨੇ ਕਿਵੇਂ ਉਹਨਾਂ ਨੂੰ ਵਾਰ-ਵਾਰ ਕਰਕੇ ਓਵਰ ਦ ਟਾਈਮ ਆਪਾਂ ਆਪਣੇ ਆਪ ਲਈ ਇੱਕ ਰੋਡ ਮੈਪ ਕ੍ਰੀਏਟ ਕਰ ਸਕਦੇ ਹਾਂ ਤਾਂ ਕਿ ਆਪਣੀ ਲਾਈਫ ਪੋਜ਼ੀਟਿਵ ਬਣੇ। ਇਹ ਸੀ ਜੀ ਆਪਣੀ ਐਟੋਮਿਕ ਹੈਬਿਟਸ ਬੁੱਕ। ਹੋਪ ਯੂ ਲਾਈਕ ਇਟ। ਪਲੀਜ਼ ਦੱਸਿਓ, ਕੋਈ ਸੁਜੈਸਟ ਕਰਿਓ ਜੇ ਤੁਸੀਂ ਕੋਈ ਬੁੱਕ ਬਾਰੇ ਜਾਣਨਾ ਚਾਹੁੰਦੇ ਹੋ। ਆਈ ਕੈਨ ਰੀਡ ਦੈਟ ਬੁੱਕ ਫॉर ਯੂ ਐਂਡ ਲੈਟ ਯੂ know what's in there. Thank you so much for tuning into your own channel, The Bright Side of Books.